ਡੇ ਟੂ ਡੇ ਨਿਊਜ਼ ਇੰਡੀਆ ਦੇਖ ਰਹੇ ਹੋ ਤੁਸੀਂ। ਮੈਂ ਤੁਹਾਡੇ ਨਾਲ ਦਿਵਾਂਸ਼ੂ। ਸਾਰਾ ਚੈਨਲ ਤੁਹਾਡੇ ਨਾਲ ਵਾਅਦਾ ਕਰਦਾ ਹੈ ਨਿਰਪੱਖਤਾ ਨਾਲ ਪੱਤਰਕਾਰੀਤਾ ਕਰਾਂਗੇ, ਸਟੀਕਤਾ ਦੇ ਨਾਲ ਤੁਹਾਨੂੰ ਹਰ ਇੱਕ ਖਬਰ ਦਿਖਾਵਾਂਗੇ। ਸਾਰਾ ਚੈਨਲ ਦਾ ਕੋਈ ਵੀ ਪੱਤਰਕਾਰ ਨਾ ਕਿਸੇ ਤੋਂ ਕੋਈ ਤੋਹਫਾ ਲਵੇਗਾ, ਨਾ ਇਸ਼ਤਿਹਾਰ, ਨਾ ਹੀ ਕਰੇਗਾ ਕਿਸ ਨੂੰ ਬਲੈਕਮੇਲ। ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੀਏ। ਇਸ ਦੇ ਨਾਲ ਅਸੀਂ ਕਿਸੇ ਵੀ ਇਸ ਤਰ੍ਹਾਂ ਦੀ ਵਿਅਕਤੀ ਦੀ ਖਬਰ ਨਹੀਂ ਚਲਾਵਾਂਗੇ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੋਵੇ। ਇਸ ਦੇ ਨਾਲ ਸਾਰੇ ਚੈਨਲ ਦਾ ਮਕਸਦ ਹੋਵੇਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਮੁੜ ਤੋਂ ਮਜ਼ਬੂਤ ਕਰਨਾ। ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਦੁਨੀਆ ਦੀ ਜੀਓਪੋਲਿਟਿਕਸ ਨੂੰ ਹਿਲਾ ਦੇਣ ਵਾਲੀ ਸਟੇਟਮੈਂਟ ਨਾਲ ਸਾਹਮਣੇ ਆਏ ਹਨ। ਇਸ ਵਾਰ ਮੁੱਦਾ ਸਿਰਫ ਪੋਲਿਟਿਕਸ ਦਾ ਨਹੀਂ ਬਲਕਿ ਗਲੋਬਲ ਪਾਵਰ, ਮਿਲਟਰੀ ਡੋਮੀਨੈਂਸ ਤੇ ਫਿਊਚਰ ਵਰਲਡ ਆਰਡਰ ਦਾ ਹੈ। ਟਰੰਪ ਨੇ ਵਾਈਟ ਹਾਊਸ ਵਿੱਚ ਆਇਲ ਤੇ ਗੈਸ ਕੰਪਨੀਆਂ ਦੇ ਟੌਪ ਐਗਜ਼ੈਕਟਿਵਸ ਨਾਲ ਮੀਟਿੰਗ ਦੇ ਦੌਰਾਨ ਖੁੱਲੇ ਤੌਰ ਤੇ ਕਿਹਾ ਕਿ ਗ੍ਰੀਨਲੈਂਡ ਅਮਰੀਕਾ ਲਈ ਨੈਸ਼ਨਲ ਸਿਕਿਉਰਿਟੀ ਦੀ ਫਰੰਟ ਲਾਈਨ ਹੈ। ਟਰੰਪ ਦੇ ਲਫ਼ਜ਼ਾਂ ਵਿੱਚ ਜੋ ਉਹਨਾਂ ਨੇ ਕਿਹਾ, ਇਹ ਕੋਈ ਜ਼ਮੀਨ ਖਰੀਦਣ ਦਾ ਸਿੰਪਲ ਡੀਲ ਨਹੀਂ ਹੈ, ਇਹ ਰਸ਼ੀਆ ਤੇ ਚਾਈਨਾ ਨੂੰ ਦੂਰ ਰੱਖਣ ਦੀ ਲੜਾਈ ਹੈ। ਟਰੰਪ ਨੇ ਸਿੱਧਾ ਕਹਿ ਦਿੱਤਾ ਕਿ ਜੇ ਅਮਰੀਕਾ ਨੇ ਗ੍ਰੀਨਲੈਂਡ ਤੇ ਕੰਟਰੋਲ ਨਹੀਂ ਲਿਆ ਤਾਂ ਰਸ਼ੀਆ ਤੇ ਚਾਈਨਾ ਜਿਹੇ ਦੇਸ਼ ਉਸ ਜਗ੍ਹਾ ਆਪਣੀ ਮਿਲਟਰੀ ਤੇ ਨੇਵਲ ਪ੍ਰੈਜ਼ੈਂਸ ਬਣਾ ਲੈਣਗੇ, ਜੋ ਅਮਰੀਕਾ ਲਈ ਸਿੱਧਾ ਖਤਰਾ ਹੋਵੇਗਾ। ਟਰੰਪ ਕਹਿੰਦੇ ਨੇ ਕਿ ਅਮਰੀਕਾ ਇਹ ਅਫੋਰਡ ਨਹੀਂ ਕਰ ਸਕਦਾ ਕਿ ਰਸ਼ੀਆ ਜਾਂ ਫਿਰ ਚਾਈਨਾ ਵਰਗੇ ਰਾਈਵਲ ਉਸ ਤੇ ਬਿਲਕੁਲ ਨਾਪ ਦੇ ਵਿੱਚ ਆ ਜਾਣ, ਯਾਨੀ ਅਮਰੀਕਾ ਦੇ ਬਿਲਕੁਲ ਨੇੜੇ ਆ ਜਾਣ। ਟਰੰਪ ਨੇ ਕਲੀਅਰ ਵਰਡਸ ਵਿੱਚ ਕਿਹਾ, ਵੀ ਕੈਨ ਨਾਟ ਅਲਾਉ ਹੋਸਟਾਈਲ ਪਾਵਰਸ ਟੂ ਬਿਕਮ ਆਰ ਨੇਬਰਸ। ਟਰੰਪ ਦਾ ਮੰਨਣਾ ਹੈ ਕਿ ਗ੍ਰੀਨਲੈਂਡ ਦੀ ਜਿਓਗ੍ਰਾਫੀਕਲ ਲੋਕੇਸ਼ਨ ਇੰਨੀ ਪਾਵਰਫੁਲ ਹੈ ਕਿ ਜੋ ਵੀ ਇਸ ਜਗ੍ਹਾ ਨੂੰ ਕੰਟਰੋਲ ਕਰੇਗਾ ਉਹ ਨਾਰਥ ਐਟਲਾਂਟਿਕ ਤੇ ਆਰਕਟਿਕ ਰੀਜਨ ਦਾ ਮਾਲਿਕ ਬਣ ਜਾਏਗਾ। ਟਰੰਪ ਦੀ ਇਹ ਥਿੰਕਿੰਗ ਸਿਰਫ ਪੋਲੀਟੀਕਲ ਨਹੀਂ ਬਲਕਿ ਪੂਰੇ ਮਿਲਟਰੀ ਸਟ੍ਰੈਟਜੀ ਤੇ ਬੇਸਡ ਹੈ। ਟਰੰਪ ਨੇ ਇਹ ਵੀ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਗ੍ਰੀਨਲੈਂਡ ਸਿਰਫ ਡੈਨਮਾਰਕ ਦਾ ਆਟੋਨੋਮਸ ਟੈਰੀਟਰੀ ਹੈ। ਉਹ ਕਹਿੰਦੇ ਨੇ ਕਿ ਲੀਜ਼ ਜਾਂ ਫਿਰ ਮਿਲਟਰੀ ਬੇਸ ਹੋਣਾ ਕਾਫੀ ਨਹੀਂ ਹੈ। ਟਰੰਪ ਦੇ ਮੁਤਾਬਿਕ ਜਦ ਤੱਕ ਅਮਰੀਕਾ ਫੁੱਲ ਓਨਰ ਨਹੀਂ ਹੁੰਦਾ ਤਦ ਤੱਕ ਪ੍ਰੋਪਰ ਡਿਫੈਂਸ ਪੋਸੀਬਲ ਨਹੀਂ। ਟਰੰਪ ਨੇ ਪੁਰਾਣੀ ਡਿਪਲੋਮੇਸੀ ਤੇ ਵੀ ਅਟੈਕ ਕੀਤਾ ਤੇ ਕਿਹਾ ਕਿ 100 ਸਾਲ ਦੇ ਲੀਜ਼ ਅਗਰੀਮੈਂਟ ਸਿਰਫ ਕਾਗਜ਼ ਤੇ ਹੁੰਦੇ ਨੇ, ਅਸਲੀ ਪ੍ਰੋਟੈਕਸ਼ਨ ਸਿਰਫ ਓਨਰਸ਼ਿਪ ਨਾਲ ਹੀ ਆਉਂਦੀ ਹੈ। ਟਰੰਪ ਕਹਿੰਦੇ ਨੇ ਕਿ ਜਦ ਅਸੀਂ ਕਿਸੇ ਜਗ੍ਹਾ ਦੇ ਮਾਲਕ ਹੁੰਦੇ ਨੇ ਤਦ ਅਸੀਂ ਉਸ ਦੀ ਹਿਫਾਜ਼ਤ ਵੀ ਪੂਰੇ ਤਾਕਤ ਨਾਲ ਕਰ ਸਕਦੇ ਹਾਂ। ਟਰੰਪ ਨੇ ਇਹ ਵੀ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਈਜ਼ੀ ਵੇ ਨਾਲ ਹਾਸਿਲ ਕਰਨਾ ਚਾਹੁੰਦੇ ਨੇ, ਪਰ ਨਾਲ ਹੀ ਵਾਰਨਿੰਗ ਵੀ ਦਿੱਤੀ ਕਿ ਜੇ ਈਜ਼ੀ ਵੇ ਫੇਲ ਹੋਇਆ ਤਾਂ ਹਾਰਡ ਆਪਸ਼ਨ ਵੀ ਯੂਜ਼ ਕੀਤੇ ਜਾ ਸਕਦੇ ਨੇ। ਟਰੰਪ ਦੇ ਵਰਡਸ ਨੇ ਦੁਨੀਆ ਭਰ ਦੇ ਵਿੱਚ ਅਲਾਰਮ ਬੈਲਸ ਵਜਾ ਦਿੱਤੀਆਂ ਨੇ। ਵੀ ਵਿਲ ਡੂ ਸਮਥਿੰਗ ਅਬਾਊਟ ਗ੍ਰੀਨਲੈਂਡ ਵੈਦਰ ਦੇ ਲਾਈਕ ਇਟ ਔਰ ਨੋਟ। ਇਹ ਸਟੇਟਮੈਂਟ ਸਿਰਫ ਇੱਕ ਵਾਰਨਿੰਗ ਨਹੀਂ ਬਲਕਿ ਇੱਕ ਫਿਊਚਰ ਕਨਫਲਿਕਟ ਦਾ ਹਿੰਟ ਮੰਨੀ ਜਾ ਰਹੀ ਹੈ। ਟਰੰਪ ਨੇ ਡੈਨਮਾਰਕ ਲਈ ਸੌਫਟ ਕਾਰਨਰ ਵੀ ਦਿਖਾਇਆ। ਉਹ ਕਹਿੰਦੇ ਨੇ ਕਿ ਆਈ ਐਮ ਅ ਬਿਗ ਫੈਨ ਆਫ ਡੈਨਮਾਰਕ, ਦੇ ਹੈਵ ਬੀਨ ਵੈਰੀ ਨਾਈਸ ਟੂ ਮੀ। ਪਰ ਨਾਲ ਹੀ ਟਰੰਪ ਇਹ ਵੀ ਕਹਿ ਰਹੇ ਨੇ ਕਿ ਇਮੋਸ਼ਨਸ ਜਾਂ ਫਿਰ ਫਰੈਂਡਸ਼ਿਪ ਨੈਸ਼ਨਲ ਸਿਕਿਉਰਿਟੀ ਦੇ ਰਸਤੇ ਦੇ ਵਿੱਚ ਨਹੀਂ ਆਉਣੀ ਚਾਹੀਦੀ ਹੈ। ਟਰੰਪ ਦੇ ਮੁਤਾਬਿਕ ਗ੍ਰੀਨਲੈਂਡ ਦੀ ਇੰਪੋਰਟੈਂਸ ਡੈਨਮਾਰਕ ਦੇ ਇਮੋਸ਼ਨਸ ਤੋਂ ਕਾਫੀ ਜ਼ਿਆਦਾ ਹੈ। ਜਦੋਂ ਰਿਪੋਰਟਰਸ ਨੇ ਟਰੰਪ ਨੂੰ ਪੁੱਛਿਆ ਕਿ ਅਮਰੀਕਾ ਡਾਇਰੈਕਟ ਗ੍ਰੀਨਲੈਂਡ ਦੇ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਅਮਰੀਕਾ ਨਾਲ ਜੁਆਇਨ ਹੋਣ ਲਈ ਕਨਵਿੰਸ ਕਰੇਗਾ, ਟਰੰਪ ਨੇ ਸਮਾਰਟ ਜਵਾਬ ਦਿੱਤਾ। ਉਹ ਕਹਿੰਦੇ ਨੇ ਕਿ ਹਾਲੇ ਪੈਸੇ ਦੀ ਗੱਲ ਨਹੀਂ ਹੋਈ ਹੈ, ਲੇਕਿਨ ਹੋ ਸਕਦਾ ਹੈ ਵੀ ਭਵਿੱਖ ਦੇ ਵਿੱਚ ਇਹ ਗੱਲ ਸਾਹਮਣੇ ਆ ਸਕਦੀ ਹੈ। ਇਸ ਸਟੇਟਮੈਂਟ ਦੇ ਬਾਅਦ ਵਾਈਟ ਹਾਊਸ ਦੇ ਅੰਦਰ ਚੱਲ ਰਹੀ ਇੱਕ ਸੀਕ੍ਰੇਟ ਪਲਾਨ ਦੀ ਚਰਚਾ ਤੇਜ਼ ਹੋ ਗਈ। Reuters ਤੇ CNN ਦੇ ਰਿਪੋਰਟ ਦੇ ਮੁਤਾਬਿਕ ਵਾਈਟ ਹਾਊਸ ਵਿੱਚ ਸੀਰੀਅਸਲੀ ਇਹ ਆਈਡੀਆ ਡਿਸਕਸ ਹੋ ਰਿਹਾ ਹੈ ਕਿ ਗ੍ਰੀਨਲੈਂਡ ਦੇ ਹਰ ਸਿਟੀਜ਼ਨ ਨੂੰ $10,000 ਤੋਂ ਲੈ ਕੇ $1 ਲੱਖ ਤੱਕ ਡਾਇਰੈਕਟ ਪੇਮੈਂਟ ਆਫਰ ਕੀਤੀ ਜਾਵੇ, ਮਤਲਬ $9 ਲੱਖ ਤੋਂ ਲੈ ਕੇ $90 ਲੱਖ ਤੱਕ ਪਰ ਪਰਸਨ। ਗ੍ਰੀਨਲੈਂਡ ਦੀ ਪੋਪੂਲੇਸ਼ਨ ਕਰੀਬ 55,000 ਤੋਂ ਜ਼ਿਆਦਾ ਹੈ ਤੇ ਇਹ ਪਲਾਨ ਲਾਗੂ ਹੁੰਦਾ ਹੈ ਉਹਨਾਂ ਸਾਰੇ ਸਿਟੀਜ਼ਨਸ ਤੇ ਤਾਂ ਅਮਰੀਕਾ ਨੂੰ ਕਰੀਬ 5 ਤੋਂ ਲੈ ਕੇ $6 ਬਿਲੀਅਨ ਖਰਚ ਕਰਨੇ ਪੈਣਗੇ। ਟਰੰਪ ਇਸ ਨੂੰ ਇੱਕ ਬਿਜ਼ਨਸ ਡੀਲ ਦੀ ਤਰ੍ਹਾਂ ਦੇਖ ਰਹੇ ਨੇ, ਜਿੱਥੇ ਪੈਸੇ ਦੇ ਕੇ ਸਟ੍ਰੈਟਜੀ ਕੰਟਰੋਲ ਹਾਸਿਲ ਕੀਤੀ ਜਾ ਸਕੇ। ਪਰ ਪੈਸਾ ਸਿਰਫ ਇੱਕ ਆਪਸ਼ਨ ਨਹੀਂ। ਆਫੀਸ਼ੀਅਲਸ ਕਹਿ ਰਹੇ ਨੇ ਕਿ ਡਿਪਲੋਮੈਟਿਕ ਪ੍ਰੈਸ਼ਰ, ਇਕਨੋਮਿਕ ਡੀਲਸ ਤੇ ਐਕਸਟ੍ਰੀਮ ਕੇਸ ਦੇ ਵਿੱਚ ਮਿਲਟਰੀ ਫੋਰਸ ਵੀ ਕੰਸੀਡਰ ਹੋ ਰਹੀ ਹੈ। ਇਹੀ ਵਜ੍ਹਾ ਹੈ ਕਿ ਡੈਨਮਾਰਕ ਨੇ ਟਰੰਪ ਦੀ ਸਟੇਟਮੈਂਟਸ ਨੂੰ ਸਿੱਧਾ ਥ੍ਰੈਟ ਮੰਨਿਆ ਹੈ। ਡੈਨਮਾਰਕ ਦੀ ਡਿਫੈਂਸ ਮਿਨਿਸਟਰ ਨੇ CNN ਨੂੰ ਦਿੱਤੇ ਸਟੇਟਮੈਂਟ ਦੇ ਵਿੱਚ ਕਿਹਾ ਕਿ ਜੇ ਕੋਈ ਵੀ ਫੋਰਨ ਪਾਵਰ ਉਹਨਾਂ ਦੇ ਟੈਰੀਟਰੀ ਤੇ ਅਟੈਕ ਕਰਦੀ ਹੈ ਤਾਂ ਡੈਨਿਸ਼ ਸੋਲਜਰ ਬਿਨਾਂ ਆਰਡਰ ਦੇ ਵੇਟ ਕੀਤੇ ਸਿੱਧਾ ਰਿਟੈਲੀਏਟ ਕਰ ਸਕਦੇ ਨੇ। ਇਹ ਰੂਲ 1952 ਤੋਂ ਲਾਗੂ ਹੈ, ਮਤਲਬ ਡੈਨਮਾਰਕ ਦੇ ਸੋਲਜਰਸ ਨੂੰ ਕੋਈ ਸੀਨੀਅਰ ਆਫੀਸਰ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ। ਜੇ ਕੰਟਰੀ ਤੇ ਅਟੈਕ ਹੋਇਆ ਤਾਂ ਸਿੱਧਾ ਗੋਲੀ ਚਲਾਈ ਜਾ ਸਕਦੀ ਹੈ। ਇਹ ਸਟੇਟਮੈਂਟ ਸਿੱਧਾ ਅਮਰੀਕਾ ਲਈ ਮੈਸੇਜ ਸੀ ਕਿ ਗ੍ਰੀਨਲੈਂਡ ਸਿਰਫ ਬਾਰਗੇਨਿੰਗ ਚਿਪ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਗ੍ਰੀਨਲੈਂਡ ਇੰਨਾ ਇੰਪੋਰਟੈਂਟ ਕਿਉਂ ਹੈ? ਸਭ ਤੋਂ ਪਹਿਲਾ ਜਵਾਬ ਹੈ ਜੀਓਗ੍ਰਾਫੀ। ਗ੍ਰੀਨਲੈਂਡ ਨਾਰਥ ਅਮਰੀਕਾ ਦੇ ਯੂਰਪ ਦੇ ਵਿੱਚ ਐਟਲਾਂਟਿਕ ਓਸ਼ਨ ਦੇ ਬਿਲਕੁਲ ਸੈਂਟਰ ਦੇ ਕੋਲ ਲੋਕੇਟਿਡ ਹੈ। ਇਹ ਲੋਕੇਸ਼ਨ ਇਸ ਨੂੰ ਮਿਡ ਐਟਲਾਂਟਿਕ ਗੇਟਵੇ ਬਣਾ ਦਿੰਦੀ ਹੈ।
ਜੋ ਵੀ ਗ੍ਰੀਨਲੈਂਡ ਨੂੰ ਕੰਟਰੋਲ ਕਰੇਗਾ ਉਹ ਯੂਰਪ ਅਮਰੀਕਾ ਮਿਲਟਰੀ ਮੂਵਮੈਂਟ ਤੇ ਨਜ਼ਰ ਰੱਖ ਸਕਦਾ ਹੈ। ਦੂਜਾ ਸਭ ਤੋਂ ਵੱਡਾ ਫੈਕਟਰ ਹੈ ਮਿਲਟਰੀ ਸਰਵੇਲੈਂਸ। ਗ੍ਰੀਨਲੈਂਡ ਵਿੱਚ ਅਮਰੀਕਾ ਦਾ ਆਲਰੇਡੀ ਥਿਊਲ 에ਅਰ ਬੇਸ ਹੈ ਜੋ ਰਸ਼ੀਅਨ ਮਿਸਾਈਲਸ ਦੀ अर्ਲੀ ਵਾਰਨਿੰਗ ਸਿਸਟਮ ਲਈ ਬਹੁਤ ਜ਼ਿਆਦਾ ਕ੍ਰੂਸ਼ੀਅਲ ਹੈ। ਰਸ਼ੀਆ ਤੇ ਚਾਈਨਾ ਆਰਕਟਿਕ ਰੀਜਨ ਵਿੱਚ ਆਪਣੀ ਸਬਮਰੀਨਸ, ਡਿਸਟਰੋਇਰਸ ਤੇ ਰਿਸਰਚ ਵੈਸਲਸ ਭੇਜ ਰਹੇ ਨੇ। ਟਰੰਪ ਕਹਿੰਦੇ ਨੇ ਕਿ ਵੀ ਆਰ ਸੀਇੰਗ ਇਨਕਰੀਜ਼ਡ ਰਸ਼ੀਅਨ ਐਂਡ ਚਾਈਨੀਜ਼ ਨੇਵਲ ਐਕਟੀਵਿਟੀ ਅਰਾਊਂਡ ਗ੍ਰੀਨਲੈਂਡ। ਯਾਨੀ ਕਿ ਰਸ਼ੀਆ ਤੇ ਚਾਈਨੀਜ਼ ਦੀ ਨੇਵੀ ਦੀ ਜਿਹੜੀ ਐਕਟੀਵਿਟੀ ਹੈ ਗ੍ਰੀਨਲੈਂਡ ਦੇ ਵਿੱਚ ਬਹੁਤ ਜ਼ਿਆਦਾ ਵੱਧਦੀ ਹੋਈ ਨਜ਼ਰ ਆ ਰਹੀ ਹੈ। ਟਰੰਪ ਨੇ ਕਲੀਅਰ ਕਿਹਾ ਕਿ ਉਹ ਪੁਤਿਨ ਤੇ ਸ਼ੀ ਜਿਨਪਿੰਗ ਨੂੰ ਪਰਸਨਲੀ ਪਸੰਦ ਕਰਦੇ ਨੇ ਪਰ ਗ੍ਰੀਨਲੈਂਡ ਉਹਨਾਂ ਨੂੰ ਨਹੀਂ ਦੇ ਸਕਦੇ। ਤੀਜਾ ਫੈਕਟਰ ਹੈ ਨੈਚੁਰਲ ਰਿਸੋਰਸਸ। ਗ੍ਰੀਨਲੈਂਡ ਵਿੱਚ ਰੇਅਰ ਅਰਥ ਮਿਨਰਲ, ਆਇਲ, ਗੈਸ ਤੇ ਕ੍ਰਿਟੀਕਲ ਮੈਟਲ ਦੇ ਬਹੁਤ ਜ਼ਿਆਦਾ ਰਿਜ਼ਰਵਸ ਹੋਣ ਦੀ ਰਿਪੋਰਟ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਚਾਈਨਾ ਆਲਰੇਡੀ ਦੁਨੀਆ ਨੂੰ 70 ਤੋਂ ਲੈ ਕੇ 90% ਰੇਅਰ ਅਰਥ ਸਪਲਾਈ ਨੂੰ ਕੰਟਰੋਲ ਕਰਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਫਿਊਚਰ ਟੈਕਨੋਲੋਜੀ, ਮਿਸਾਈਲਸ, ਸੈਟੇਲਾਈਟਸ, ਇਲੈਕਟ੍ਰਿਕ ਵਹੀਕਲਸ ਲਈ ਚਾਈਨਾ ਤੇ ਡਿਪੈਂਡੈਂਸੀ ਖਤਮ ਕੀਤੀ ਜਾਵੇ। ਗ੍ਰੀਨਲੈਂਡ ਇਸ ਫਾਈਟ ਦਾ ਸੈਂਟਰ ਪੁਆਇੰਟ ਬਣ ਚੁੱਕਾ ਹੈ। ਚੌਥਾ ਫੈਕਟਰ ਹੈ ਕਲਾਈਮੇਟ ਚੇਂਜ। ਗਲੋਬਲ ਵਾਰਮਿੰਗ ਕਰਕੇ ਆਰਕਟਿਕ ਦੀ ਆਈਸ ਮੈਲਟ ਹੋ ਰਹੀ ਹੈ ਯਾਨੀ ਪਿਘਲ ਰਹੀ ਹੈ, ਜਿਸ ਨਾਲ ਨਿਊ ਸ਼ਿਪਿੰਗ ਰੂਟਸ ਓਪਨ ਹੋ ਰਹੇ ਨੇ। ਇਹ ਰਾਊਟਸ ਏਸ਼ੀਆ ਤੋਂ ਯੂਰਪ ਤੱਕ ਟ੍ਰੇਡ ਨੂੰ ਹੋਰ ਜ਼ਿਆਦਾ ਤੇਜ਼ ਬਣਾ ਸਕਦੇ ਨੇ। ਜੇ ਗ੍ਰੀਨਲੈਂਡ ਅਮਰੀਕਾ ਦੇ ਕੰਟਰੋਲ ਦੇ ਵਿੱਚ ਹੁੰਦਾ ਹੈ ਤਾਂ ਅਮਰੀਕਾ ਇਹਨਾਂ ਰੂਟਸ ਤੇ ਡੋਮੀਨੈਂਸ ਐਸਟੈਬਲਿਸ਼ ਕਰ ਸਕਦਾ ਹੈ, ਉਹਨਾਂ ਤੇ ਕੰਟਰੋਲ ਕਰ ਸਕਦਾ ਹੈ ਤੇ ਰਸ਼ੀਆ ਚਾਈਨਾ ਦੀ ਆਰਕਟਿਕ ਪਾਵਰ ਨੂੰ ਰੋਕ ਸਕਦਾ ਹੈ। ਇਸ ਸਭ ਦੇ ਵਿੱਚ ਸਭ ਤੋਂ ਡੇਂਜਰਸ ਐਂਗਲ ਹੈ ਨੇਟੋ ਕਨਫਲਿਕਟ। ਡੈਨਮਾਰਕ ਤੇ ਅਮਰੀਕਾ ਦੋਨੋਂ ਨੇਟੋ ਮੈਂਬਰਸ ਨੇ। ਜੇ ਟਰੰਪ ਗ੍ਰੀਨਲੈਂਡ ਤੇ ਫੋਰਸ ਜਾਂ ਫਿਰ ਪ੍ਰੈਸ਼ਰ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਵੇਗਾ ਕਿ ਇੱਕ ਨੇਟੋ ਕੰਟਰੀ ਦੂਜੀ ਨੇਟੋ ਕੰਟਰੀ ਦੇ ਅਗੇਂਸਟ ਖੜੀ ਹੋਵੇ। ਇਹ ਨੇਟੋ ਦੀ ਯੂਨਿਟੀ ਨੂੰ ਸਿੱਧਾ ਚੈਲੰਜ ਹੋਵੇਗਾ। ਲੇਕਿਨ ਐਕਸਪਰਟਸ ਕਹਿ ਰਹੇ ਨੇ ਕਿ ਟਰੰਪ ਦੀ ਇਹ ਸਟ੍ਰੈਟਜੀ ਸਿਰਫ ਗ੍ਰੀਨਲੈਂਡ ਤੱਕ ਲਿਮਿਟਡ ਨਹੀਂ ਹੈ, ਇਹ ਫਿਊਚਰ ਵਰਲਡ ਆਰਡਰ ਦੀ ਰਿਹਰਸਲ ਹੈ। ਟਰੰਪ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਅਮਰੀਕਾ ਆਪਣੀ ਸਿਕਿਉਰਿਟੀ ਲਈ ਕੋਈ ਕੰਪਰੋਮਾਈਜ਼ ਨਹੀਂ ਕਰੇਗਾ, ਭਾਵੇਂ ਸਾਹਮਣੇ ਅਲਾਏ ਹੀ ਕਿਉਂ ਨਾ ਹੋਵੇ। ਅੱਜ ਗ੍ਰੀਨਲੈਂਡ ਸਿਰਫ ਇੱਕ ਆਈਲੈਂਡ ਨਹੀਂ ਬਲਕਿ ਗਲੋਬਲ ਪਾਵਰ ਸਟਰਗਲ ਦੇ ਬੈਟਲਫੀਲਡ ਬਣ ਚੁੱਕਿਆ ਹੈ। ਰਸ਼ੀਆ, ਚਾਈਨਾ ਤੇ ਅਮਰੀਕਾ ਤਿੰਨੋਂ ਸੁਪਰ ਪਾਵਰਸ ਦੀ ਨਜ਼ਰ ਇਸ ਆਈਸੀ ਲੈਂਡ ਤੇ ਟਿਕੀ ਹੋਈ ਹੈ। ਸਵਾਲ ਸਿਰਫ ਇਹ ਨਹੀਂ ਕਿ ਗ੍ਰੀਨਲੈਂਡ ਕਿਸ ਦਾ ਹੋਵੇਗਾ, ਸਵਾਲ ਇਹ ਹੈ ਕਿ 21ਵੀਂ ਸਦੀ ਦੀ ਦੁਨੀਆ ਕਿਸ ਰੂਲ ਬੁੱਕ ਤੇ ਚਲੇਗੀ, ਡਿਪਲੋਮੇਸੀ ਜਾਂ ਫਿਰ ਡੋਮੀਨੈਂਸ। ਪ੍ਰਾਈਮ ਟਾਈਮ ਦੇ ਵਿੱਚ ਅੱਜ ਸਿਰਫ ਇਹ ਨਹੀਂ ਪੁੱਛਣਾ ਜ਼ਰੂਰੀ ਹੈ ਕਿ ਟਰੰਪ ਸਹੀ ਨੇ ਜਾਂ ਫਿਰ ਗਲਤ। ਅਸਲੀ ਸਵਾਲ ਇਹ ਹੈ ਕਿ ਜੇ ਅੱਜ ਗ੍ਰੀਨਲੈਂਡ ਹੈ ਤਾਂ ਕੱਲ ਕਿਹੜਾ ਦੇਸ਼ ਹੋਵੇਗਾ ਤੇ ਕੀ ਦੁਨੀਆ ਇੱਕ ਵਾਰ ਫੇਰ ਫੋਰਸ ਓਵਰ ਫਰੈਂਡਸ਼ਿਪ ਵਾਲੇ ਦੌਰ ਦੇ ਵਿੱਚ ਜਾ ਰਹੀ ਹੈ। ਗ੍ਰੀਨਲੈਂਡ ਦੀ ਠੰਡ ਦੇ ਵਿੱਚ ਅੱਜ ਜੋ ਅੱਗ ਸੁਲਗ ਰਹੀ ਹੈ ਉਹ ਸਿਰਫ ਆਰਕਟਿਕ ਤੱਕ ਸੀਮਿਤ ਨਹੀਂ ਹੈ, ਉਹ ਪੂਰੀ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈਣ ਦੀ ਤਾਕਤ ਰੱਖਦੀ ਹੈ। ਤੁਸੀਂ ਇਸ ਬਾਰੇ ਕੀ ਕੁਝ ਕਹਿਣਾ ਚਾਹੋਗੇ, ਤੁਹਾਡੀ ਕੀ ਕੁਝ ਰਾਏ ਹੈ? ਅਮਰੀਕਾ, ਰਸ਼ੀਆ ਤੇ ਚਾਈਨਾ ਦੇ ਵਿੱਚ ਜਿਹੜੀ ਵਾਰ ਹੁਣ ਚੱਲਣ ਵਾਲੀ ਹੈ ਗ੍ਰੀਨਲੈਂਡ ਦੇ ਪਿੱਛੇ, ਉਹ ਕੀ ਦੁਨੀਆ ਦੇ ਲਈ ਸਹੀ ਹੋਵੇਗੀ ਜਾਂ ਨਹੀਂ ਹੋਵੇਗੀ? ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ। ਇਸੇ ਤਰੀਕੇ ਨਾਲ ਦੇਸ਼ ਤੇ ਦੁਨੀਆ ਦੇ तमाम ਹਰ ਛੋਟੀ ਤੇ ਵੱਡੀ ਖਬਰ ਜਾਣਨ ਦੇ ਲਈ ਤੁਸੀਂ ਬਣੇ ਰਹੋ ਡੇ ਟੂ ਡੇ ਨਿਊਜ਼ ਇੰਡੀਆ ਦੇ ਨਾਲ। ਮੈਨੂੰ ਤੇ ਇਜਾਜ਼ਤ ਤੇ ਸਾਨੂੰ ਹਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ।